ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਬ੍ਰਿਲੀਅੰਸ ਟਿਊਟੋਰੀਅਲ ਕਲਾਸਿਸ ਦੇ ਵਿੱਚ। ਆਪਣੇ ਡੇਲੀ ਦੇ ਕਰੰਟ ਅਫੇਅਰ ਚੱਲ ਰਹੇ ਨੇ। ਅੱਜ ਆਪਾਂ ਕਰੰਟ ਅਫੇਅਰ ਕਰਾਂਗੇ 11 ਜੂਨ ਦੇ, ਤੇ ਡੇਲੀ ਤੁਹਾਨੂੰ ਇਸੇ ਚੈਨਲ ਦੇ ਉੱਪਰ ਕਰੰਟ ਅਫੇਅਰ ਮਿਲਿਆ ਕਰਨਗੇ। ਅੱਗੇ ਆਪਣੀ ਕੋਸ਼ਿਸ਼ ਰਹੂਗੀ ਕਿ ਆਪਾਂ ਇਹਨਾਂ ਨੂੰ ਪੰਜਾਬੀ ਵਿੱਚ ਵੀ ਲੈ ਕੇ ਆਈਏ। ਫਰਸਟ ਕੁਐਸਚਨ ਦੇਖੋ ਕੀ ਹੈ। 2 cases of norovirus have been discovered ਇਨ ਵਿਚ ਇੰਡੀਅਨ ਸਟੇਟ। ਨੋਰੋ ਵਾਇਰਸ ਦੇ 2 ਕੇਸ ਆਪਾਂ ਨੂੰ ਮਿਲੇ ਆ। ਕਿਹੜੀ ਸਟੇਟ 'ਚ ਮਿਲੇ ਆ? ਦੇਖੋ ਤਾਮਿਲਨਾਡੂ, ਮੱਧ ਪ੍ਰਦੇਸ਼, ਕਰਨਾਟਕਾ ਜਾਂ ਕੇਰਲਾ। ਇਹਨਾਂ ਵਿੱਚੋਂ ਕਿਹੜੀ ਸਟੇਟ ਹੈ ਜਿਹਦੇ ਵਿੱਚ ਨੋਰੋ ਵਾਇਰਸ ਦੇ ਆਪਾਂ ਨੂੰ 2 ਕੇਸ ਮਿਲੇ ਆ? ਹਾਂਜੀ, ਆਪਸ਼ਨ ਡੀ ਆਏਗਾ। ਡੀ ਤੇ ਆਪਾਂ ਨੂੰ ਕੀ ਦਿੱਤਾ ਹੋਇਆ? ਕੇਰਲਾ। ਕੇਰਲਾ ਗਵਰਨਮੈਂਟ ਕਨਫਰਮ 2 cases of norovirus in children। ਦੇਖੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ 2 ਕੇਸ ਜਿਹੜੇ ਆਪਾਂ ਨੂੰ ਨੋਰੋ ਵਾਇਰਸ ਦੇ ਮਿਲੇ ਹੈ ਇਹ ਬੱਚਿਆਂ ਦੇ ਵਿੱਚ ਮਿਲੇ ਹੈ। ਠੀਕ ਹੈ, ਪਹਿਲਾਂ ਵੀ ਆਪਾਂ ਨੂੰ ਮੋਸਟਲੀ ਕੇਸ ਕੀ ਹੈ ਕੇਰਲਾ ਤੋਂ ਹੀ ਮਿਲਦੇ ਰਹੇ ਆ, ਤਾਂ ਇਹ ਵੀ ਆਪਾਂ ਨੂੰ ਇੱਥੋਂ ਹੀ ਮਿਲਿਆ ਕਿਉਂਕਿ ਬੱਚਿਆਂ ਦੇ ਵਿੱਚ ਕੇਸ ਪਾਇਆ ਗਿਆ ਇਹ ਵਾਲਾ ਵਾਇਰਸ ਦਾ। ਨੈਕਸਟ ਹੈ ਵਰਲਡ ਇਨਵਾਇਰਨਮੈਂਟ ਡੇ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ ਕਿ ਕਿਸ ਦਿਨ ਕਿਹੜਾ ਦਿਨ ਮਨਾਇਆ ਜਾਂਦਾ, ਬਟ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਇਨਵਾਇਰਨਮੈਂਟ 'ਤੇ ਬਹੁਤ ਹੀ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ। ਮਤਲਬ ਪੂਰੇ ਵਰਲਡ ਦੇ ਵਿੱਚ ਜਿਹੜੇ ਵੀ ਦੇਸ਼ ਹੈ, ਹਰ ਦੇਸ਼ ਫੋਕਸ ਕਰ ਰਿਹਾ ਕਿ ਇਨਵਾਇਰਨਮੈਂਟ ਨੂੰ ਕੀ ਹੈ ਪੋਲਿਊਸ਼ਨ ਤੋਂ ਬਚਾਇਆ ਜਾਵੇ। ਇਸ ਬੀਂਗ ਸੈਲੀਬ੍ਰੇਟਡ ਔਨ ਵਿਚ ਡੇ? ਕਿਸ ਦਿਨ ਆਪਾਂ ਮਨਾਉਣੇ ਆ? ਜੂਨ 1, ਜੂਨ 3, ਜੂਨ 5, ਜੂਨ 4 ਨੂੰ। ਹੁਣ ਦੇਖੋ ਜਿਹੜੀਆਂ ਆਪਣੇ ਇਨਵਾਇਰਨਮੈਂਟ ਨੂੰ ਖਰਾਬ ਕਰਦੀਆਂ ਜਿਵੇਂ CO2 ਗੈਸ ਹੋ ਗਈ, ਕਲੋਰੋਫਲੋਰੋਕਾਰਬਨ ਹੋ ਗਈ, ਦੈਨ ਉਸ ਤੋਂ ਬਾਅਦ ਆ ਜਾਂਦੀ ਹੈ ਕਾਰਬਨ ਮੋਨੋਆਕਸਾਈਡ। ਇਹ ਕੀ ਹੈ ਗਲੋਬਲ ਵਾਰਮਿੰਗ ਕ੍ਰੀਏਟ ਕਰਦੀ ਹੈ, ਆਪਣੀ ਇਨਵਾਇਰਨਮੈਂਟ ਨੂੰ ਗਰਮ ਕਰ ਦਿੰਦੀ ਹੈ। ਹਾਂਜੀ, ਆਪਸ਼ਨ ਸੀ ਆਏਗਾ। ਮਤਲਬ ਜੂਨ 5 ਨੂੰ ਜਿਹੜਾ ਵਰਲਡ ਇਨਵਾਇਰਨਮੈਂਟ ਡੇ ਕੀ ਹੈ ਹਰ ਸਾਲ ਕੀ ਹੈ 5 ਜੂਨ ਨੂੰ ਆਪਾਂ ਕੀ ਸੈਲੀਬ੍ਰੇਟ ਕਰਦੇ ਹਾਂ। ਆਪਾਂ ਕੀ ਕਰਦੇ ਹਾਂ ਟਰੀਜ਼ ਲਗਾਏ ਜਾਂਦੇ ਆ, ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ 'ਤੇ ਫੋਕਸ ਕੀਤਾ ਜਾਂਦਾ ਕਿਉਂਕਿ ਅੱਜ ਦੇ ਟਾਈਮ 'ਚ ਜੇ ਆਪਾਂ ਦੇਖੀਏ ਤਾਂ ਜਿਹੜੇ ਪੇੜ ਹੈ ਲਗਾਉਣੇ ਲੋਕਾਂ ਨੇ ਬਹੁਤ ਘੱਟ ਕਰ ਦਿੱਤੇ ਹੈ। ਐਟਲੀਸਟ ਜਿਹੜੇ ਕਿ 4-5 ਪਲਾਂਟਸ ਤਾਂ ਹਰ ਘਰ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਪੋਲਿਊਸ਼ਨ ਹੈ ਉਹ ਤਾਂ ਇਹਨਾਂ ਨੇ ਐਬਜ਼ੋਰਬ ਕਰਨਾ, ਆਪਾਂ ਨੂੰ ਬਚਾਉਣਾ ਹੈ। ਆਪਾਂ ਨੂੰ ਕੀ ਹੈ ਇਹਨਾਂ ਨੇ ਆਕਸੀਜਨ ਦੇਣੀ ਹੈ। ਇਹਨਾਂ ਤੋਂ ਬਿਨਾਂ ਆਪਣੀ ਲਾਈਫ ਕੀ ਹੈ ਪੋਸੀਬਲ ਨਹੀਂ ਹੈ। ਨੈਕਸਟ ਹੈ ਵਿਚ ਕੰਟਰੀ ਬਲੌਕਡ ਮੂਵਸ ਟੂ ਸਟੈਪ ਅਪ ਦਾ ਪ੍ਰੋਟੈਕਸ਼ਨ ਆਫ ਐਮਪਰਰ ਪੈਨਗੁਇਨਸ ਇਨ ਐਂਟਾਰਕਟਿਕਾ। ਦੇਖੋ ਕਿਹੜੀ ਕੰਟਰੀ ਨੇ ਬਲੌਕ ਕੀਤੀਆਂ ਹੋਈਆਂ ਮੂਵਸ ਮਤਲਬ ਜੋ ਕਿ ਪ੍ਰੋਟੈਕਟ ਕਰਦੀਆਂ ਹੈਗੀਆਂ ਪੈਨਗੁਇਨਸ ਨੂੰ ਐਂਟਾਰਕਟਿਕਾ ਦੇ ਵਿੱਚ। ਹੁਣ ਕਿਹੜੀ ਕੰਟਰੀ ਨੇ ਇਹ ਬਲੌਕ ਕੀਤਾ ਇਹ ਕੰਮ? ਇਟਲੀ, ਕੈਨੇਡਾ, ਚਾਈਨਾ, ਆਸਟ੍ਰੇਲੀਆ। ਦੇਖੋ ਪੈਨਗੁਇਨਸ ਕੀ ਹੈ ਆਪਾਂ ਨੂੰ ਐਂਟਾਰਕਟਿਕਾ ਦੇ ਵਿੱਚ ਮਿਲਦੀ ਹੈ। ਹੁਣ ਜੇ ਇਹਨਾਂ ਨੂੰ ਆਪਾਂ ਬਚਾ ਨਹੀਂ ਕਰਾਂਗੇ ਤਾਂ ਇਹ ਵੀ ਆਉਣ ਵਾਲੇ ਟਾਈਮ ਵਿੱਚ ਕੀ ਹੈ ਖਤਮ ਹੋ ਜਾਣਗੀਆਂ। ਠੀਕ ਹੈ ਨਾ, ਇਹਦਾ ਆਪਸ਼ਨ ਹੈਗਾ ਤੁਹਾਡਾ ਸੀ। ਸੀ ਤੇ ਤੁਹਾਨੂੰ ਮਿਲੂਗਾ ਚਾਈਨਾ। ਦੇਖੋ ਚਾਈਨਾ has blocked efforts to step up the protection of emperor penguins that are increasingly threatened by the effects global warming is having on their natural habitat। ਦੇਖੋ ਗਲੋਬਲ ਵਾਰਮਿੰਗ ਹੋ ਰਹੀ ਹੈ, ਗਰਮੀ ਵੱਧ ਰਹੀ ਹੈ, ਬਰਫ਼ ਪਿਘਲ ਰਹੀ ਹੈ, ਫਿਰ ਇਹਨਾਂ ਦਾ ਕੀ ਹੈ ਜਿਹੜਾ ਜਿੱਥੇ ਰਹਿੰਦੇ ਆ ਉਹ ਏਰੀਆ ਖਤਮ ਹੋ ਰਿਹਾ, ਫਿਰ ਇਹ ਕਿੱਥੇ ਰਹਿਣਗੇ ਹੈ ਨਾ। ਜ਼ਿਆਦਾਤਰ ਇਹ ਠੰਡੇ ਵਾਲੇ ਏਰੀਆ 'ਚ ਰਹਿੰਦੇ ਆ ਪੈਨਗੁਇਨਸ, ਤਾਂ ਇਹਨਾਂ ਦੀ ਲਾਈਫ ਨੂੰ ਕੀ ਹੈ ਥ੍ਰੈਟ ਹੈ। ਨੈਕਸਟ ਹੈ ਵਿਚ ਯੂਨੀਅਨ ਮਿਨਿਸਟਰੀ ਹੈਜ਼ ਲਾਂਚਡ ਸ੍ਰੇਸ਼ਟਾ ਸਕੀਮ। ਦੇਖੋ ਕਿਹੜੀ ਮਿਨਿਸਟਰੀ ਨੇ ਲਾਂਚ ਕੀਤੀ ਹੈ। ਜਿਹੜੀਆਂ ਸਕੀਮਸ ਹੈ ਐਗਜ਼ਾਮਸ ਦੇ ਵਿੱਚ ਪੁੱਛੀਆਂ ਜਾਂਦੀਆਂ ਜ਼ਰੂਰ ਕਰ ਲੈਣਾ। ਫਸਟ ਹੈ ਮਿਨਿਸਟਰੀ ਆਫ ਟ੍ਰਾਈਬਲ ਅਫੇਅਰ, ਮਿਨਿਸਟਰੀ ਆਫ ਐਜੂਕੇਸ਼ਨ, ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ, ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ। ਦੇਖੋ ਕਿਹੜੀ ਸਕੀਮ ਹੈਗੀ ਹੈ? ਇਹ ਆ ਗਈ ਸੀ। ਮਤਲਬ ਜਿਹੜੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਹੈ ਨਾ ਉਹਨੇ ਲਾਂਚ ਕੀਤੀ ਹੈ ਸਕੀਮ ਜਿਹੜੀ ਦਾ ਨਾਮ ਹੈਗਾ ਸ੍ਰੇਸ਼ਟਾ। ਠੀਕ ਹੈ, ਜਿਹੜੀ ਕਿ ਨਿਆਂ ਵਗੈਰਾ ਦੇਖਦੀ ਹੈ ਸੋਸ਼ਲੀ ਜੋ ਵੀ ਹੈ ਸਮਾਜ ਦੇ ਵਿੱਚ ਕੁਛ ਗਲਤ ਹੁੰਦਾ ਹੈ ਨਾ ਉਹਨਾਂ ਦੇ ਲਈ ਜਸਟਿਸ ਕੀਤਾ ਜਾਂਦਾ। ਸ੍ਰੇਸ਼ਟਾ ਦੀ ਸਕੀਮ ਦੇਖੋ ਇਹਦੀ ਫੁੱਲ ਫਾਰਮ ਕੀ ਹੈ? ਸਕੀਮ ਫॉर ਰੈਜ਼ੀਡੈਂਸ਼ੀਅਲ ਐਜੂਕੇਸ਼ਨ ਫॉर ਸਟੂਡੈਂਟਸ ਇਨ ਹਾਈ ਸਕੂਲਸ ਇਨ ਟਾਰਗੇਟਡ ਏਰੀਆ। ਦੇਖੋ ਉਹਨਾਂ ਨੇ ਕੁਛ ਏਰੀਆ ਐਂ ਕਰਕੇ ਟਾਰਗੇਟ ਕਰ ਲਏ ਵੀ ਉੱਥੇ ਉਹਨਾਂ ਨੇ ਹਾਈ ਸਕੂਲਸ ਖੋਲ੍ਹਣੇ ਹੈਗੇ ਬੱਚਿਆਂ ਦੇ ਲਈ, ਵੀ ਉੱਥੋਂ ਦੇ ਰਹਿਣ ਵਾਲੇ ਤਾਂ ਜੋ ਉਹਨਾਂ ਨੂੰ ਕਿਤੇ ਦੂਰ ਹੋਰ ਨਾ ਪੜ੍ਹਨ ਜਾਣਾ ਪਵੇ। ਤਾਂ ਉਹਨਾਂ ਨੇ ਸ੍ਰੇਸ਼ਟਾ ਸਕੀਮ ਲੈ ਕੇ ਆਂਦੀ ਹੈਗੀ ਆ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ। ਨੈਕਸਟ ਦੇਖੋ ਇੰਡੀਆਜ਼ ਡਿਜੀਟਲ ਪੇਮੈਂਟਸ ਮੇ ਰੀਚ $10 trillion ਬਾਈ ਵਿਚ ਈਅਰ। ਦੇਖੋ ਡਿਜੀਟਲ ਪੇਮੈਂਟਸ ਇੰਡੀਆ ਦੀਆਂ ਪਹੁੰਚ ਜਾਣਗੀਆਂ $10 trillion ਤੱਕ ਕਿਹੜੇ ਸਾਲ 'ਚ? 2025, 2027, 2024, 2026। ਇਹਦੇ ਵਿੱਚੋਂ ਕਿਹੜੇ ਸਾਲ 'ਚ ਜਿਹੜੀਆਂ ਕੀ ਹੈ ਪਹੁੰਚ ਜਾਣਗੀਆਂ? ਹਾਂਜੀ, ਇਹਦਾ ਆਪਸ਼ਨ ਆਏਗਾ ਡੀ। ਮਤਲਬ 2026 ਤੱਕ ਕੀ ਹੈ 10 ਟ੍ਰਿਲੀਅਨ ਤੱਕ ਜਿਹੜੀਆਂ ਕਿ ਡਿਜੀਟਲ
पेमेंट्स पहुंच जाएंगे, ठीक है। इंडियाज डिजिटल पेमेंट मार्केट एज इज एट एन इनफ्लैक्शन पॉइंट एंड इज एक्सपैक्टेड टू इंक्रीज मोर दैन 3 फोल्ड। देखो 3 गुना तो भी ज़्यादा, 3 टाइम्स तो भी ज़्यादा ਜਿਹੜੇ ਕਿ ਆਪਾਂ ਐਕਸਪੈਕਟ ਕਰ ਸਕਦੇ ਹਾਂ ਵੀ ਇੰਨੀਆਂ ਜ਼ਿਆਦਾ ਜਿਹੜੀਆਂ ਡਿਜੀਟਲ ਪੇਮੈਂਟਸ ਹੋ ਜਾਣਗੀਆਂ। ਮੰਨ ਲਓ ਹੁਣ ਹੈਗੀਆਂ ਸਿਰਫ $3 ਟ੍ਰਿਲੀਅਨ ਹੀ ਹੈ US ਡਾਲਰ, ਫਿਰ ਕੀ ਹੈ ਹੋ ਜਾਣਗੀਆਂ 10 ਤੱਕ। ਦੇਖੋ 3 × 3 ਆਪਾਂ 9 ਤੱਕ ਪਹੁੰਚੇ ਹਾਂ, ਬਟ 9 'ਚ 1 ਐਡ ਕਰਦੇ ਹਾਂ ਫਿਰ ਕਿਤੇ 10 ਬਣਦਾ, ਮਤਲਬ 3 ਗੁਣਾ ਤੋਂ ਵੀ ਜ਼ਿਆਦਾ ਹੀ ਹੈ। 2026 ਵਿੱਚ ਇੰਨੀਆਂ ਹੋ ਜਾਣਗੀਆਂ ਕਿ ਲੋਕ ਡਿਜੀਟਲ ਤੌਰ 'ਤੇ ਜ਼ਿਆਦਾ ਕੰਮ ਕਰਨਗੇ। ਵਿਚ ਪੈਂਡੈਮਿਕ PM ਕੇਅਰ ਫॉर ਚਿਲਡਰਨ ਸਕੀਮ ਹੈਜ਼ ਬੀਨ ਅਨਵੇਲਡ ਇਨ ਇੰਡੀਆ। ਦੇਖੋ ਕਿਹੜੀ ਪੈਂਡੈਮਿਕ ਦੇ ਨਾਲ ਜਿਹੜੀ PM ਕੇਅਰ ਤੁਹਾਡੀ ਚਿਲਡਰਨ ਸਕੀਮ ਸੰਬੰਧਿਤ ਹੈਗੀ ਆ ਉਹ ਦੱਸਣੀ ਹੈ। ਸਵਾਈਨ ਫਲੂ, ਪਲੇਗ, ਕੈਵਿਲ, COVID-19। ਹਾਂਜੀ ਇਹ ਸਭ ਨੂੰ ਪਤਾ ਹੀ ਹੋਏਗਾ, ਵੈਰੀ ਈਜ਼ੀ ਕੁਐਸਚਨ ਹੈ। ਦੇਖੋ ਡੀ ਆਏਗਾ, ਮਤਲਬ ਤੁਹਾਡਾ COVID-19 ਟਾਈਮ ਇਹ ਲਿਆਂਦੀ ਗਈ ਸੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਐਜ਼ ਰਿਲੀਜ਼ਡ ਅ ਬੈਨੀਫਿਟ ਉਹਨਾਂ ਨੇ ਦਿੱਤੇ ਸੀਗੇ ਅੰਡਰ ਦਾ PM ਕੇਅਰਸ ਫॉर ਚਿਲਡਰਨ ਸਕੀਮਸ ਦੇ ਲਈ ਬੱਚਿਆਂ ਨੂੰ, ਹੈ ਨਾ। ਹੂਵਰ ਔਰਫਨਡ ਬਾਈ COVID-19 ਪੈਂਡੈਮਿਕ ਦੇ ਵਿੱਚ ਜਿਹੜੇ ਵਿਚਾਰੇ ਅਨਾਥ ਹੋ ਗਏ ਸੀ, ਮਤਲਬ ਉਹਨਾਂ ਦੀਆਂ ਜਿਹੜੀਆਂ ਫੈਮਲੀਜ਼ ਹੈ, ਠੀਕ ਹੈ, ਉਹ ਬਿਲਕੁਲ ਖ਼ਤਮ ਹੋ ਗਈਆਂ ਸੀ, ਇਕੱਲੇ ਬੱਚੇ ਰਹਿ ਗਏ ਸੀ ਉਹ, ਤਾਂ ਜੋ ਇਸ PM ਕੇਅਰ ਤੋਂ ਉਹ ਫਾਇਦਾ ਲੈ ਸਕਣ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਨੈਕਸਟ ਹੈ ਮੈਰੀਓਟ ਇੰਟਰਨੈਸ਼ਨਲ ਟੂ ਸਸਪੈਂਡ ਆਲ ਆਫ ਇਟਸ ਆਪਰੇਸ਼ਨਸ ਇਨ ਵਿਚ ਸਟੇਟ। ਕਿਹੜੀ ਸਟੇਟ ਦੇ ਵਿੱਚ ਮੈਰੀਓਟ ਇੰਟਰਨੈਸ਼ਨਲ ਨੇ ਆਪਣੇ ਜਿਹੜੇ ਕੰਮ ਹੈ ਸਸਪੈਂਡ ਕਰਤੇ? ਰਸ਼ੀਆ, ਪਾਕਿਸਤਾਨ, ਇੰਡੀਆ ਐਂਡ ਰਸ਼ੀਆ। ਦੇਖੋ ਇੱਥੇ ਤੁਸੀਂ ਕਰ ਲਓ ਅਮੈਰੀਕਾ, ਕੋਈ ਹੋਰ, ਕਿਉਂਕਿ 2 ਟਾਈਮਸ ਆ ਗਿਆ ਰਸ਼ੀਆ ਦਾ ਨਾਮ। ਹਾਂਜੀ ऑप्शन ए आएगा। ए ਦੇ ਉੱਪਰ ਕੀ ਆਪਣਾ ਰਸ਼ੀਆ। ਮੈਰੀਓਟ ਇੰਟਰਨੈਸ਼ਨਲ ਸੇਜ਼ ਇਟਸ ਗੋਇੰਗ ਟੂ ਸਸਪੈਂਡ ਆਲ ਇਟਸ, ਉਹਨੇ ਕਿ ਆਪਰੇਸ਼ਨ ਕੀ ਹੈ ਮੈਰੀਓਟ ਇੰਟਰਨੈਸ਼ਨਲ ਨੇ ਰਸ਼ੀਆ ਦੇ ਵਿੱਚ ਸਸਪੈਂਡ ਕੀਤੇ ਆ ਅਮਿਡ ਦਾ ਔਨਗੋਇੰਗ ਇਨਵੇਜਨ। ਕਿਉਂਕਿ ਦੇਖੋ ਨਾ ਯੂਕਰੇਨ ਐਂਡ ਰਸ਼ੀਆ ਦੇ ਵਿੱਚ ਜੋ ਕਿ ਇੱਕ ਵਾਰ ਚੱਲ ਰਹੀ ਹੈ, ਠੀਕ ਹੈ, ਰਸ਼ੀਆ ਕਬਜ਼ਾ ਕਰਨਾ ਚਾਹੁੰਦਾ ਯੂਕਰੇਨ ਦੇ ਉੱਪਰ, ਤਾਂ ਇੱਦਾਂ ਦੇ ਵੀ ਕਰੰਟ ਟੌਪਿਕ ਆ ਜਾਂਦੇ। ਇਹ ਵੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਜਿਹੜੀਆਂ ਇਹਨਾਂ ਦੀਆਂ ਨਿਊਜ਼ ਹੈ ਆਪਣੇ ਲਈ ਇੰਪੋਰਟੈਂਟ ਨੇ ਰਸ਼ੀਆ ਐਂਡ ਯੂਕਰੇਨ ਦੀਆਂ। ਦੇਖੋ ਨੈਕਸਟ ਕੀ ਕਹਿੰਦਾ, ਮਿਨਿਸਟਰੀ ਆਫ ਟੂਰਿਜ਼ਮ ਹੈਜ਼ ਲਾਂਚਡ ਦਾ ਨੈਸ਼ਨਲ ਸਟ੍ਰੈਟਜੀ। ਮਿਨਿਸਟਰੀ ਆਫ ਟੂਰਿਜ਼ਮ ਹੈ ਜੋ ਟੂਰ ਵਗੈਰਾ ਨੂੰ ਦੇਖਦੀ ਹੈ, ਉਹਨੇ ਲਾਂਚ ਕੀਤੀ ਹੈ ਇੱਕ ਨੈਸ਼ਨਲ ਸਟ੍ਰੈਟਜੀ ਫॉर ਸਸਟੇਨੇਬਲ ਟੂਰਿਜ਼ਮ, ਕਿ ਟੂਰਿਜ਼ਮ ਤੁਹਾਡਾ ਵਧੀਆ ਤਰੀਕੇ ਨਾਲ ਹੋਵੇ ਅਲੋਂਗ ਵਿਦ ਵਿਚ ਆਰਗੇਨਾਈਜੇਸ਼ਨ। ਦੇਖੋ ਕਿਸੇ ਨਾ ਕਿਸੇ ਚੀਜ਼ ਨਾਲ ਰਲ ਕੇ ਤਾਂ ਇਹਨੇ ਲਾਂਚ ਕੀਤੀ ਹੋਏਗੀ, ਹੁਣ ਆਪਾਂ ਆਰਗੇਨਾਈਜੇਸ਼ਨ ਦਾ ਨਾਮ ਦੱਸਣਾ। FAO, UNEP, ਵਰਲਡ ਬੈਂਕ, ਵਰਲਡ ਇਕਨੋਮਿਕ ਫੋਰਮ, ਇਹਨਾਂ ਵਿੱਚੋਂ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਦੇ ਨਾਲ ਰਲ ਕੇ ਮਿਨਿਸਟਰੀ ਆਫ ਟੂਰਿਜ਼ਮ ਨੇ ਇੱਕ ਸਟ੍ਰੈਟਜੀ ਲਾਂਚ ਕੀਤੀ ਹੈ ਫॉर ਸਸਟੇਨੇਬਲ ਟੂਰਿਜ਼ਮ ਲਈ? ਹਾਂਜੀ ਇਹਦਾ ਆਏਗਾ ਆਪਸ਼ਨ ਬੀ। ਬੀ ਮਤਲਬ UNEP। UNEP ਦੇਖੋ ਕੀ ਹੈਗਾ, ਮਿਨਿਸਟਰੀ ਆਫ ਟੂਰਿਜ਼ਮ ਨੇ UNEP ਦੇ ਨਾਲ ਰਲ ਕੇ ਐਂਡ RTSOI, ਦੋ ਆਰਗੇਨਾਈਜੇਸ਼ਨਸ ਨੇ। ਆ ਵੀ ਆਪਸ਼ਨ ਵਿੱਚ ਤੁਹਾਨੂੰ ਦਿੱਤੀ ਹੋਈ ਹੈ, ਇਹ ਵੀ ਦਿੱਤੀ ਹੋ ਸਕਦੀ ਹੈ। ਉਹਨਾਂ ਨੇ ਕੀ ਕੀਤਾ, ਆਰਗੇਨਾਈਜ਼ ਕੀਤਾ ਨੈਸ਼ਨਲ ਸਮਿਟ ਔਨ ਡਿਵੈਲਪਿੰਗ ਸਸਟੇਨੇਬਲ ਐਂਡ ਰਿਸਪੋਂਸੀਬਲ ਟੂਰਿਸਟ ਡੈਸਟੀਨੇਸ਼ਨਸ, ਠੀਕ ਹੈ। ਉਹਨਾਂ ਨੇ ਸਬਮਿਟ ਕੀਤੀ ਹੈ ਕਿ ਵਧੀਆ ਹੋਵੇ ਟੂਰਿਜ਼ਮ ਅਤੇ ਉਹਨਾਂ ਨੂੰ ਕੋਈ ਟੂਰਿਸਟ ਨੂੰ ਕੋਈ ਦਿੱਕਤ ਨਾ ਆਵੇ, ਹੈ ਨਾ। ਇਹ ਨਿਊ ਦਿੱਲੀ ਦੇ ਵਿੱਚ ਤੁਹਾਡੀ ਸਬਮਿਟ ਜਿਹੜੀ ਹੋਈ ਹੈ। ਪਲੇਸ ਵੀ ਪੁੱਛ ਸਕਦੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਕਾਫੀ ਇੰਪੋਰਟੈਂਟ ਹੈ। ਨੈਕਸਟ ਹੈ ਹੂ ਅਟੈਂਡਡ ਦਾ ਸੈਂਟੇਨਰੀ ਸੈਲੀਬ੍ਰੇਸ਼ਨਸ ਆਫ ਗੀਤਾ ਪ੍ਰੈਸ ਇਨ UP। UP ਦੇ ਵਿੱਚ ਦੇਖੋ ਕਿਹਨੇ ਅਟੈਂਡ ਕੀਤੀ ਹੈ ਗੀਤਾ ਪ੍ਰੈਸ ਸੈਲੀਬ੍ਰੇਸ਼ਨ? ਰਾਮਨਾਥ ਕੋਵਿੰਦ, ਰਾਜਨਾਥ ਸਿੰਘ, ਯੋਗੀ ਆਦਿੱਤਿਆਨਾਥ, ਨਰਿੰਦਰ ਮੋਦੀ। ਹਾਂਜੀ ਇਹ ਤੁਹਾਡੀ ਅਟੈਂਡ ਕੀਤੀ ਹੈ ਫਸਟ 'ਤੇ ਤੁਹਾਨੂੰ ਦਿੱਤਾ ਹੋਇਆ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ, ਹੈ ਨਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਪ੍ਰੈਜ਼ੀਡੈਂਟ ਨੇ। ਇਹ ਕਿੱਥੇ ਪਹੁੰਚੇ? ਗੋਰਖਪੁਰ ਇਨ ਉੱਤਰ ਪ੍ਰਦੇਸ਼ ਦੇ ਵਿੱਚ, ਟੂ ਪਾਰਟੀਸਪੇਟ ਕਰਨ ਦੇ ਲਈ ਕਿਹਦੇ ਵਿੱਚ? ਗੀਤਾ ਪ੍ਰੈਸ ਦੇ ਨਾਲ। ਹੁਣ ਗੀਤਾ ਪ੍ਰੈਸ ਕੀ ਹੈ? ਸਭ ਤੋਂ ਵਰਲਡ ਲਾਰਜੈਸਟ ਪਬਲਿਸ਼ਰ ਹੈ ਆਫ ਹਿੰਦੂ ਰਿਲੀਜੀਅਸ ਬੁੱਕਸ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਰਿਲੇਟਿਡ ਕੁਐਸਚਨ ਬਣਦਾ ਹੈ ਕਿ ਜਿਹੜੀਆਂ ਹਿੰਦੂ ਧਾਰਮਿਕ ਕਿਤਾਬਾਂ ਨੂੰ ਹੈ ਨਾ ਜਿਹੜੇ ਉਹ ਕੀ ਪਬਲਿਸ਼ ਕਰਦਾ ਹੈ, ਬਹੁਤ ਵੱਡਾ ਪਬਲਿਸ਼ਰ ਹੈ ਇਹ, ਠੀਕ ਹੈ। ਉਹ ਵਾਲੀ ਜਿਹੜੀ ਮੰਨ ਲਓ ਸੈਲੀਬ੍ਰੇਸ਼ਨ ਨੂੰ ਇਹਨਾਂ ਨੇ ਜਿਹੜੀ ਗੀਤਾ ਪ੍ਰੈਸ ਨੂੰ ਅਟੈਂਡ ਕੀਤਾ ਰਾਮਨਾਥ ਕੋਵਿੰਦ ਜੋ ਆਪਣੇ ਪ੍ਰੈਜ਼ੀਡੈਂਟ ਨੇ। ਦੇਖੋ 10th ਕੁਐਸਚਨ ਕੀ ਕਹਿੰਦਾ, ਵਟ ਇਜ਼ ਦਾ ਨਿਊ ਰੇਟ ਆਫ ਇੰਟਰਸਟ ਕੀ ਹੈਗਾ ਰੈਟੀਫਾਈਡ ਬਾय ਦ ਗਵਰਨਮੈਂਟ ਫॉर ਐਮਪਲੋਇਮੈਂਟ ਪ੍ਰੋਵੀਡੈਂਟ ਫੰਡ, ਜਿਹੜੀ ਤੁਹਾਡੀ ਡੈਪੋਜ਼ਿਟ ਹੈ। ਦੇਖੋ 2021 ਤੋਂ 22 ਸਾਲ ਦੇ ਲਈ ਹੀ ਉਹਨਾਂ ਨੇ ਇਹ ਰੇਟ ਫਿਕਸ ਕੀਤਾ ਹੋਇਆ ਪ੍ਰੋਵੀਡੈਂਟ ਫੰਡ ਦੇ ਲਈ ਗਵਰਨਮੈਂਟ ਨੇ। ਦੇਖੋ ਇਹਨਾਂ ਵਿੱਚੋਂ ਕਿੰਨਾ ਕੀਤਾ ਉਹਨੇ? 7.5, 8.1, 8.7, 8.5। ਦੇਖੋ ਇਹ ਆਏਗਾ ਆਪਸ਼ਨ ਤੁਹਾਡਾ ਬੀ। ਇੱਥੇ ਦਿੱਤਾ ਹੋਇਆ ਤੁਹਾਨੂੰ 8.1%, ਠੀਕ ਹੈ। ਅਪਰੂਵ ਕੀਤਾ ਉਹਨੇ ਇੰਨਾ ਰੇਟ ਆਫ ਇੰਟਰਸਟ ਔਨ EMPLOYEES ਪ੍ਰੋਵੀਡੈਂਟ ਫੰਡ, ਮੀਨਸ EPF ਇਹ ਸ਼ਾਰਟ ਫਾਰਮ ਹੈ ਤੁਹਾਡੀ EMPLOYEES ਪ੍ਰੋਵੀਡੈਂਟ ਫੰਡ
ਜੋ ਵੀ ਮੰਨ ਲਓ ਪੈਸਾ ਹੈ ਤੁਹਾਡੀ ਰਿਟਾਇਰਮੈਂਟ ਦਾ ਜਾਂ ਤੁਸੀਂ ਜੌਬ ਕਰ ਰਹੇ ਹੋ ਨਾਲ ਨਾਲ ਤੁਹਾਡਾ ਪੈਸਾ ਜੋ ਪੀਐਫ ਦਾ ਤੁਹਾਨੂੰ ਮਿਲਦਾ ਹੈ, ਠੀਕ ਹੈ, ਉਹਦੇ ਉੱਪਰ ਜੇ ਤੁਸੀਂ ਉਹਨੂੰ ਬੈਂਕ ਦੇ ਵਿੱਚ ਜਮ੍ਹਾਂ ਰੱਖਦੇ ਹੋ ਤਾਂ ਤੁਹਾਨੂੰ 8.1% ਜਿਹੜਾ ਕੀ ਹੈ ਇੰਟਰਸਟ ਉਹਦੇ 'ਤੇ ਮਿਲੂਗਾ। ਉਹ ਵੀ ਸਿਰਫ 2021 ਤੋਂ 22 ਸਾਲ ਦੇ ਵਿੱਚ ਹੀ ਮਿਲੇਗਾ, ਠੀਕ ਹੈ ਨਾ, ਕਿਉਂਕਿ ਇਸ ਟਾਈਮ ਆਪਾਂ ਨੂੰ ਪੈਂਡੈਮਿਕ ਫੇਸ ਕਰਨਾ ਪਿਆ ਸੀਗਾ ਤਾਂ ਤੁਹਾਨੂੰ ਸਹੂਲਤ ਮਿਲੇਗੀ। ਹਾਂਜੀ, ਆਪਣੀ ਕੁਐਸਚਨ ਕਰੰਟ ਅਫੇਅਰ ਦੀ ਖਤਮ ਹੋ ਗਈ। ਤੁਹਾਨੂੰ ਡੇਲੀ ਇੱਕ ਕਲਾਸ ਮਿਲਿਆ ਕਰੇਗੀ ਕਰੰਟ ਅਫੇਅਰ ਦੀ। ਜੋ ਬੱਚੇ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੈ ਤਾਂ ਉਹ ਕੀ ਹੈ, ਇਸ ਚੈਨਲ ਨੂੰ ਕੀ ਕਰ ਦਿਓ, ਲਾਈਕ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ ਐਂਡ ਸ਼ੇਅਰ ਵੀ ਕਰ ਦਿਓ, ਠੀਕ ਹੈ। ਤੁਹਾਨੂੰ ਇੱਥੇ ਸਾਰੀਆਂ ਇਹ ਕਲਾਸਿਸ ਮਿਲਿਆ ਕਰਨਗੀਆਂ। ਤੁਹਾਨੂੰ ਰੀਜ਼ਨਿੰਗ ਦੀ ਵੀ ਕਲਾਸ ਮਿਲੇਗੀ ਇੱਥੇ। ਰੀਜ਼ਨਿੰਗ ਦੇ ਨਾਲ ਤੁਹਾਨੂੰ ਕੁਆਂਟੀਟੇਟਿਵ ਮਤਲਬ ਮੈਥ ਦੀ ਵੀ ਮਿਲੇਗੀ, ਮੈਥ ਦੀ ਵੀ ਮਿਲੇਗੀ, ਤੁਹਾਨੂੰ ਜੀਕੇ ਵੀ ਮਿਲੇਗੀ, ਜਾਂ ਪੰਜਾਬ ਦੀ ਜੀਕੇ ਕਹਿ ਲਓ ਜਾਂ ਆਪਣੇ ਇੰਡੀਆ ਦੀ ਸਟੈਟਿਕ ਜੀਕੇ ਕਹਿ ਲਓ, ਠੀਕ ਹੈ, ਦੋਨੋਂ ਹੀ ਇਹਦੇ ਵਿੱਚ ਆ ਜਾਣਗੇ। ਐਂਡ ਹੋਰ ਵੀ ਜੋ ਆਪਣੇ ਆਪਸ਼ਨਸ ਹੈ, ਮਤਲਬ ਕੰਪਿਊਟਰ ਵੀ ਤੁਹਾਨੂੰ ਮਿਲੇਗਾ। ਜੋ ਵੀ ਤੁਹਾਨੂੰ ਗਵਰਨਮੈਂਟ ਐਗਜ਼ਾਮਸ ਦੇ ਵਿੱਚ ਜਿਹੜੇ ਮੋਡਿਊਲ ਆਉਂਦੇ ਆਪਾਂ ਸਾਰੇ ਇੱਥੇ ਕਵਰ ਕਰਾਂਗੇ, ਠੀਕ ਹੈ। ਹਾਂਜੀ, ਥੈਂਕ ਯੂ ਸਟੂਡੈਂਟਸ, ਮਿਲਦੇ ਹੈ ਕੱਲ੍ਹ ਨੂੰ ਸੇਮ ਮਤਲਬ ਕੱਲ੍ਹ ਦੇ ਕਰੰਟ ਅਫੇਅਰ ਦੇ ਨਾਲ।